ਲੋਕਾਂ ਨੇ ਤਾਂ ਵੱਧ ਵੋਟ ਪਾਈ ਆ ਸਰਕਾਰ ਬਣਾਉਣ ਵਾਸਤੇ, ਲੋਕਾਂ ਨੇ ਵੋਟ ਪਾਈ ਆ, ਫਿਰ ਲੋਕਾਂ ਦੀ ਗੱਲ ਕਿਉਂ ਨਹੀਂ ਕਰਦੇ ਮੋਦੀ ਸਾਹਿਬ, ਕਿਉਂ ਅਡਾਨੀ ਵਾਨੀ ਦੀ ਗੱਲ ਕਰਦੇ? ਲੋਕਾਂ ਨੇ ਵੋਟ ਪਾਈ ਆ। ਕਿ ਸਾਰੇ ਦੇਸ਼ 'ਚ ਤਾਂ ਰੌਲਾ ਪਿਆ ਅੰਬਾਨੀ ਅਡਾਨੀ ਦਾ ਕਰਨ ਪਰ ਵਾਸਤੇ, क्योंकि बाप बड़ा ना भैया सबसे बड़ा रुपया। ना ਇਹਦਾ ਕੋਈ ਅੱਗੇ ਆ, ਨਾ ਇਹਦਾ ਕੋਈ ਪਿੱਛੇ ਆ, ਨਾ ਇਹਦਾ ਕੋਈ ਖੱਬਾ ਆ, ਨਾ ਇਹਦਾ ਕੋਈ ਸੱਜਾ ਆ, ਨਾ ਇਹਦਾ ਕੋਈ ਪੋਤਿਆ, ਨਾ ਇਹਦਾ ਕੋਈ ਧੀਆ। ਪੈਸੇ ਕਰਨੇ ਕੀ ਆ? ਕਿਸਾਨ ਦੇਸ਼ ਦਾ ਅੰਨ ਪੈਦਾ ਕਰਦੇ ਆ, ਕਿਸਾਨ ਦੇਸ਼ ਦਾ ਅੰਨਦਾਤਾ ਹੁੰਦਾ। ਉਮਰ ਕਿੰਨੀ? 5.5 ਸਾਲ ਦੀ। ਜੀ ਤੁਸੀਂ ਤਾਂ ਬਾਣੀ ਸੱਚ ਕਰ ਦਿੱਤੀ। ਕੁੱਤਾ ਰਾਜ ਬਹਾਲੀਏ, ਕੁੱਤਾ ਰਾਜ ਬਹਾਲੀਏ, ਫਿਰ ਚੱਕੀ ਚੱਟੇ ਸੱਪੇ ਦੁੱਧ ਪਿਆਲੀਏ, ਵਹਿ ਮੁੱਖੋਂ ਸੁੱਟੇ, ਸੱਪੇ ਦੁੱਧ ਪਿਆਲੀਏ, ਵਹਿ ਮੁੱਖੋਂ ਸੁੱਟੇ। ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕਿਸਾਨ ਲਗਾਤਾਰ 23 ਦਿਨਾਂ ਤੋਂ ਵੱਧ ਸਮਾਂ ਹੋ ਚੁੱਕਿਆ ਤੇ ਦਿੱਲੀ ਦੀ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਤੇ ਲਗਾਤਾਰ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਕੜਾਕੇ ਦੀ ਠੰਡ ਦੇ ਵਿੱਚ ਕਿਸਾਨ ਸੜਕਾਂ ਦੇ ਉੱਤੇ ਰਾਤਾਂ ਕੱਟ ਰਹੇ ਨੇ, ਉਸ ਦੇ ਬਾਵਜੂਦ ਕੇਂਦਰ ਸਰਕਾਰ ਕਿਸਾਨਾਂ ਦੀ ਸਾਰ ਨਹੀਂ ਲੈ ਰਹੀ। ਤੇ ਉਸੇ ਦੇ ਚੱਲਦੇ ਪੰਜਾਬ ਦੇ ਵਿੱਚ ਸ਼ਹੀਦੀ ਜੋੜ ਮੇਲੇ ਵੀ ਚੱਲ ਰਹੇ ਨੇ। ਸ਼ਹੀਦੀ ਪੰਦਰਵਾੜੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ, ਚਾਰ ਸਾਹਿਬਜ਼ਾਦੇ ਤੇ ਨੇਕਾਂ ਸਿੰਘਾਂ ਦੀਆਂ ਸ਼ਹੀਦੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਸ਼ਹੀਦੀ ਪੰਦਰਵਾੜੇ ਚੱਲ ਰਹੇ ਨੇ। ਬੀਤੇ ਦਿਨੀ ਇਸ ਸ਼ਹੀਦੀ ਪੰਦਰਵਾੜੇ ਤੇ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਦੀ ਸਟੇਜ ਤੋਂ ਇੱਕ 5 ਸਾਲਾ ਬੱਚੀ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਮੋਦੀ ਸਰਕਾਰ ਨੂੰ ਕਾਨੂੰਨ ਰੱਦ ਕਰਨ ਦੇ ਲਈ ਅਪੀਲ ਵੀ ਕੀਤੀ ਸੀ ਤੇ ਲਲਕਾਰਿਆ ਵੀ ਸੀ, ਜਿਸ ਨੂੰ ਲੈ ਕੇ ਸੰਗਤਾਂ ਦੇ ਵਿੱਚ ਕਾਫੀ ਹੈਰਾਨੀ ਵੀ ਪਾਈ ਗਈ ਸੀ ਤੇ ਸੰਗਤਾਂ ਦੇ ਵਿੱਚ ਜੋਸ਼ ਵੀ ਭਰ ਦਿੱਤਾ ਸੀ ਉਸ ਬੱਚੀ ਨੇ। ਤੇ ਅਸੀਂ ਮੌਜੂਦ ਹਾਂ ਉਸ ਬੱਚੀ ਦੇ ਨਾਲ, ਗੱਲ ਕਰਾਂਗੇ ਤੇ ਉਸ ਦੇ ਨਾਲ ਖੇਤੀ ਕਾਨੂੰਨਾਂ ਨੂੰ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਕੀ ਨਾਮ ਆ ਤੁਹਾਡਾ? ਪ੍ਰਭਗੁਣ ਕੌਰ ਖਾਲਸਾ। ਉਮਰ ਕਿੰਨੀ ਆ ਤੇ ਕਲਾਸ ਕਿਹੜੀ ਚ ਪੜ੍ਹਦੇ ਆ? ਪਹਿਲੀ ਚ। ਉਮਰ ਕਿੰਨੀ ਆ? 5.5 ਸਾਲ ਦੀ। ਤੁਸੀਂ ਭੱਠਾ ਸਾਹਿਬ ਗੁਰਦੁਆਰੇ ਸਟੇਜ ਦੇ ਉੱਤੇ ਇੱਕ ਅਪੀਲ ਵੀ ਕੀਤੀ ਸੀ ਕੇਂਦਰ ਸਰਕਾਰ ਨੂੰ, ਮੋਦੀ ਸਰਕਾਰ ਨੂੰ, ਤੇ ਅਰਦਾਸ ਵੀ ਕੀਤੀ ਸੀ ਕਿਸਾਨਾਂ ਦੇ ਲਈ। ਕੀ ਅਰਦਾਸ ਕੀਤੀ ਸੀ, ਕੀ ਕੁਝ ਕਿਹਾ ਸੀਗਾ? ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ, ਜੋ ਕਿਸਾਨ ਵੀ ਦਿੱਲੀ ਮੋਰਚੇ ਵਿੱਚ ਬੈਠੇ ਹਨ, ਉਹ ਮੋਰਚਾ ਫਤਿਹ ਕਰਕੇ ਰਾਜੀ ਖੁਸ਼ੀ ਆਪਣੇ ਆਪਣੇ ਘਰਾਂ ਨੂੰ ਵਾਪਸ ਆ ਜਾਣ। ਮੋਦੀ ਜੀ ਤੁਸੀਂ ਤਾਂ ਬਾਣੀ ਸੱਚ ਕਰ ਦਿੱਤੀ। ਕੁੱਤਾ ਰਾਜ ਬਹਾਲੀਏ, ਕੁੱਤਾ ਰਾਜ ਬਹਾਲੀਏ, ਫਿਰ ਚੱਕੀ ਚੱਟੇ ਸੱਪੇ ਦੁੱਧ ਪਿਆਲੀਏ, ਵਹਿ ਮੁੱਖੋਂ ਸੁੱਟੇ, ਸੱਪੇ ਦੁੱਧ ਪਿਆਲੀਏ, ਵਹਿ ਮੁੱਖੋਂ ਸੁੱਟੇ। ਬੇਟੇ ਕਿਸਾਨਾਂ ਦੀ ਤੁਸੀਂ ਗੱਲ ਕੀਤੀ ਆ, ਕਿਸਾਨ ਕੌਣ ਹੁੰਦੇ, ਪਤਾ ਤੁਹਾਨੂੰ ਕੌਣ ਆ ਕਿਸਾਨ? ਹਾਂਜੀ, ਕਿਸਾਨ ਦੇਸ਼ ਦਾ ਅੰਨ ਪੈਦਾ ਕਰਦੇ ਆ, ਕਿਸਾਨ ਦੇਸ਼ ਦਾ ਅੰਨਦਾਤਾ ਹੁੰਦਾ ਹੈ। ਵੈਰੀ ਗੁੱਡ। ਤੇ ਕਿਸਾਨ ਫਿਰ ਉੱਥੇ ਦਿੱਲੀ ਦੇ ਉੱਤੇ ਕਿਉਂ ਡਟੇ ਹੋਏ ਆ? ਠੰਡ ਦੇ ਵਿੱਚ ਕਿਉਂ ਬੈਠੇ, ਆਪਣੇ ਘਰਾਂ ਨੂੰ ਨਹੀਂ ਆ ਰਹੇ, ਕਿਉਂ ਬੈਠੇ ਆ ਦਿੱਲੀ 'ਚ ਆ ਕੇ? ਉਹ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ। ਤੇ ਕਾਲੇ ਕਾਨੂੰਨ ਲਿਆਂਦੇ ਕਿਉਂ ਮੋਦੀ ਸਰਕਾਰ ਨੇ? ਫਿਰ ਸਰਕਾਰ ਤਾਂ ਲੋਕਾਂ ਦੇ ਹੱਕ ਦੇ ਕਾਨੂੰਨ ਲਿਆਂਦੀ ਹੁੰਦੀ ਹੈ, ਲੋਕਾਂ ਦੇ ਜਿਹੜੇ ਲੋਕਾਂ ਦੇ ਫਾਇਦੇ ਵਾਸਤੇ ਹੋਵੇ। ਕਾਲੇ ਕਾਨੂੰਨ ਕਿਉਂ ਲਿਆਂਦੇ ਮੋਦੀ ਨੇ? ਅਡਾਨੀ ਅੰਬਾਨੀ ਦੇ ਘਰ ਭਰਨ ਵਾਸਤੇ ਇੱਕ ਕਾਨੂੰਨ ਲੈ ਕੇ ਆਏ ਆ। ਅਡਾਨੀ ਅੰਬਾਨੀ ਦੇ ਘਰ ਭਰਨ ਵਾਸਤੇ? ਬਹੁਤ ਵੱਡੀਆਂ ਵੱਡੀਆਂ ਗੱਲਾਂ। ਤੇ ਅਡਾਨੀ ਅੰਬਾਨੀ ਨੇ ਤਾਂ ਵੋਟਾਂ ਸ਼ਾਇਦ 1-2 ਪਾਈਆਂ ਹੋਣੀਆਂ, ਲੋਕਾਂ ਨੇ ਤਾਂ ਵੱਧ ਵੋਟ ਪਾਈ ਆ ਸਰਕਾਰ ਬਣਾਉਣ ਵਾਸਤੇ, ਲੋਕਾਂ ਨੇ ਵੋਟ ਪਾਈ ਆ, ਫਿਰ ਲੋਕਾਂ ਦੀ ਗੱਲ ਕਿਉਂ ਨਹੀਂ ਕਰਦੇ ਮੋਦੀ ਸਾਹਿਬ, ਕਿਉਂ ਅਡਾਨੀ ਅੰਬਾਨੀ ਦੀ ਗੱਲ ਕਰਦੇ? ਲੋਕਾਂ ਨੇ ਵੋਟ ਪਾਈ ਆ। ਲੋਕਾਂ ਨੇ ਤਾਂ ਵੋਟ ਪਾਈ ਆ, ਪਰ ਉਹਨਾਂ ਨੇ ਨੋਟ ਪਾਇਆ। ਤੁਹਾਨੂੰ ਨਹੀਂ ਪਤਾ ਕਿ ਸਾਰੇ ਦੇਸ਼ 'ਚ ਤਾਂ ਰੌਲਾ ਪਿਆ ਅੰਬਾਨੀ ਅਡਾਨੀ ਦਾ ਕਰਨ ਪਰ ਵਾਸਤੇ, क्योंकि बाप बड़ा ना भैया सबसे बड़ा रुपया। ਲਓ ਜੀ ਸੁਣ ਲਓ, ਇਹ ਵੀ ਭੇਦ ਖੋਲਤਾ ਅੱਜ ਮੋਦੀ ਸਾਹਿਬ ਦਾ। ਕਹਿੰਦੀ ਬਾਪ ਬੜਾ ਨਾ ਭਈਆ ਸਭ ਸੇ ਬੜਾ ਰੁਪਈਆ।
ਲੋਕ ਪੁੱਛੀ ਜਾਂਦੇ ਬਾਰ-ਬਾਰ, ਕਹਿੰਦੇ ਮੋਦੀ ਸਾਹਿਬ ਨੇ ਪੈਸੇ ਕੀ ਕਰਨੇ ਆ, ਕੀ ਕਰਨੇ ਨੋਟ। ਤਾਂ ਸੁਣ ਲਓ ਇਸ ਛੋਟੀ ਜੀ ਬੱਚੀ ਦੇ ਮੂੰਹੋਂ ਜਵਾਬ। ਬੇਟਾ ਇੰਨੇ ਨੋਟ ਕਰਨੇ ਕੀ ਆ ਮੋਦੀ ਸਾਹਿਬ ਨੇ? ਲੋਕ ਕਹਿੰਦੇ ਵੀ ਸਾਰੇ ਲੋਕ ਕਹੀ ਜਾਂਦੇ ਨੋਟ ਇਕੱਠੇ ਕਰ ਲਏ। ਨੋਟ ਉਹਨੇ ਨੋਟ ਕਰਨੇ ਕੀ, ਕਾਹਦੇ ਵਾਸਤੇ ਕੱਟੇ? ਉਫ ਉਫ ਬਾਬਾ ਜੀ, ਮੈਨੂੰ ਖੁਦ ਨਹੀਂ ਪਤਾ, ਮੈਂ ਖੁਦ ਪਰੇਸ਼ਾਨ ਆ। ਨਾ ਇਹਦਾ ਕੋਈ ਅੱਗੇ ਆ, ਨਾ ਇਹਦਾ ਕੋਈ ਪਿੱਛੇ ਆ, ਨਾ ਇਹਦਾ ਕੋਈ ਖੱਬਾ ਆ, ਨਾ ਇਹਦਾ ਕੋਈ ਸੱਜਾ ਆ, ਨਾ ਇਹਦਾ ਕੋਈ ਪੋਤਿਆ, ਨਾ ਇਹਦਾ ਕੋਈ ਧੀ ਆ। ਪੈਸੇ ਕਰਨੇ ਕੀ ਆ? ਬੇਟਾ ਤੁਸੀਂ ਬਾਕੀ 5 ਸਾਲ ਦੇ ਹੋ, 50 ਸਾਲ ਦੇ ਹੋ? ਇੰਨਾ ਛੋਟਾ ਜਿਹਾ ਦਿਮਾਗ ਹੈ, ਇੰਨੇ ਛੋਟਾ ਜਿਹਾ ਦਿਲ ਹੈ, ਕਿੱਥੋਂ ਆਉਂਦੀਆਂ ਇੰਨੀਆਂ ਗੱਲਾਂ? ਬਸ ਵਾਹਿਗੁਰੂ ਦੀ ਕਿਰਪਾ। ਜਿੱਦਾਂ ਮੇਰਾ ਦਿਲ ਦੇਖਣ ਨੂੰ ਛੋਟਾ ਲੱਗਦਾ ਤੁਹਾਨੂੰ, ਉੱਦਾਂ ਬੜਾ ਹੈ। ਜਿੱਦਾਂ ਘਰ ਦੇਖਣ ਨੂੰ ਛੋਟਾ ਲੱਗਦਾ, ਉੱਦਾਂ ਅੰਦਰੋਂ ਬਹੁਤ ਬੜਾ ਹੁੰਦਾ। ਬਾਕੀ ਆ ਗਾਗਰ ਦੇ ਵਿੱਚ ਸਾਗਰ ਭਰਿਆ ਹੋਇਆ, ਛੋਟੀ ਜਿਹੀ ਗਾਗਰ ਦੇ ਵਿੱਚ ਪੂਰਾ ਸਾਗਰ ਭਰਿਆ ਹੋਇਆ ਨਾ, ਉਸ ਤਰ੍ਹਾਂ ਹੀ ਪ੍ਰਭ ਹਰ ਗੁਣ ਦੇ ਕੌਰ ਦੇ ਵਿੱਚ ਹੀ ਜਿਹੜਾ ਪੂਰਾ ਸਾਗਰ ਭਰਿਆ ਹੋਇਆ ਗਿਆਨ ਦਾ, ਹੈ ਨਾ? ਹਾਂਜੀ, ਗਿਆਨ ਦਾ ਸਾਗਰ ਭਰਿਆ ਹੋਇਆ। ਹਾਂਜੀ। ਵੈਰੀ ਗੁੱਡ। ਤੇ ਅੱਛਾ, ਇਹ ਫਿਰ ਛੋਟੇ ਜਿਹੇ ਦਿਲ ਦੇ ਵਿੱਚ ਕਿਸਾਨਾਂ ਦੇ ਪ੍ਰਤੀ ਦਰਦ ਕਿਉਂ ਆਇਆ ਤੁਹਾਨੂੰ? ਜਦ ਮੈਂ ਰਾਤ ਨੂੰ ਰਜ਼ਾਈ 'ਚ ਪੈ ਕੇ ਸੌਂਦੀ ਹੁੰਦੀ ਆ ਨਾ, ਮੈਨੂੰ ਉਹ ਵੀਰਿਆਂ ਦੀ ਯਾਦ ਆਉਂਦੀ ਹੁੰਦੀ ਜਿਹੜੇ ਸੜਕਾਂ 'ਤੇ ਸੁੱਤੇ ਹੁੰਦੇ ਆ। ਫਿਰ ਮੋਦੀ ਨੂੰ ਨਹੀਂ ਦਿਖਦੇ ਉਹ ਜਿਹੜੇ ਸੜਕਾਂ 'ਤੇ ਸੌਂਦੇ? ਮੋਦੀ ਕਿਉਂ ਨਹੀਂ ਸੋਚ ਰਿਹਾ ਉਹਨਾਂ ਵਾਸਤੇ? ਮੋਦੀ ਨੂੰ ਤਾਂ ਅਬਾਨੀ ਅਡਾਨੀ ਦਿਖਦੇ, ਉਹਨੂੰ ਹੋਰ ਕੋਈ ਨਹੀਂ ਦਿਖਦਾ। ਕਿਆ ਬਾਤ ਆ। ਤੇ ਅੱਛਾ, ਮੋਦੀ ਸਰਕਾਰ ਝੁਕ ਕਿਉਂ ਨਹੀਂ ਰਹੀ ਕਿਸਾਨਾਂ ਅੱਗੇ? ਕੀ ਲੱਗਦਾ? ਤੂਫਾਨ ਜਿਹੜਾ ਹੁੰਦਾ, ਉਹ ਅਗਰ ਦਰਖਤੋਂ ਦੇ ਅਗਰ ਤੂਫਾਨ ਦੇ ਅੱਗੇ ਝੁਕ ਜਾਣ ਤਾਂ ਉਹ ਬਚ ਜਾਂਦੇ ਆ, ਅਗਰ ਨਹੀਂ ਝੁਕਣ ਫਿਰ ਉਹ ਜੜੋਂ ਪੱਟ ਹੋ ਜਾਂਦੇ ਆ। ਜਿਹੜੇ ਦਿੱਲੀ ਮੋਰਚੇ ਵਿੱਚ ਕਿਸਾਨਾਂ ਦਾ ਤੂਫਾਨ ਚੱਲ ਰਿਹਾ ਆ, ਅਗਰ ਮੋਦੀ ਨਹੀਂ ਝੁਕਿਆ ਉਹ ਵੀ ਜੜੋਂ ਪੱਟ ਹੋ ਸਕਦਾ ਆ। ਕਿਆ ਬਾਤ ਆ। ਕਿੱਡੀ ਵੱਡੀ ਇਸ ਛੋਟੀ ਜਿਹੀ ਬੱਚੀ ਨੇ ਉਦਾਹਰਣ ਦਿੱਤੀ ਆ। ਬੜੇ ਜਿਹੜੇ ਹੈਗੇ ਆ ਸਿਆਣਿਆਂ ਨੂੰ ਵੀ ਜਿਹੜੀ ਹੈਗੀ ਮਾਤ ਪਾਉਂਦੀ ਆ। ਸਰਕਾਰਾਂ ਨੂੰ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਕਿ ਹਨੇਰੀਆਂ ਦੇ ਅੱਗੇ ਉਹੀ ਦਰਖਤ ਟਿਕਦੇ ਨੇ ਜਿਹੜੇ ਝੁਕ ਜਾਂਦੇ ਨੇ, ਜਿਹੜੇ ਨਹੀਂ ਝੁਕਦੇ ਹਨੇਰੀਆਂ ਨੂੰ ਜੜੋਂ ਪੁੱਟ ਦਿੰਦੀਆਂ ਨੇ। ਤੇ ਜਿਹੜੀ ਹਨੇਰੀ ਅੱਜ ਦਿੱਲੀ ਦੇ ਬਾਰਡਰਾਂ ਉੱਤੇ ਕਿਸਾਨਾਂ ਦੀ ਖੜੀ ਹੈ, ਜੇ ਕਿਤੇ ਝੁੱਲ ਗਈ ਉਹ, ਫਿਰ ਬੱਚੀ ਨੇ ਦੱਸ ਹੀ ਦਿੱਤਾ ਕਿ ਕੇਂਦਰ ਸਰਕਾਰ ਨੂੰ ਜੜੋਂ ਪੁੱਟ ਦੇਣਗੀ। ਬੇਟਾ ਕੀ ਲੱਗਦਾ ਜਿਹੜੀ ਜਿੱਤ ਹੋਊਗੀ ਕਿਸਾਨਾਂ ਦੀ? ਇੰਨੇ ਦਿਨਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਧਰਨੇ ਲੱਗ ਰਹੇ ਸੀ, 2 ਮਹੀਨਿਆਂ ਤੋਂ, ਹੁਣ 23 ਦਿਨ ਬਾਰਡਰਾਂ ਤੇ ਉੱਤੇ ਡਟੇ ਹੋਏ। ਕੀ ਲੱਗਦਾ ਕਿਸਾਨ ਜਿੱਤੂਗੇ ਕਿ ਮੋਦੀ ਜਿੱਤੂਗਾ? ਕਿਸਾਨ ਜਿੱਤੂਗੇ, ਮੋਦੀ ਹਾਰੂਗਾ। ਨਾ ਡਰਦੇ ਨਾ ਚੁਗਦੇ, ਉੱਚੀ ਕਰ ਕਿਰਦਾਰਾਂ ਦੀ, ਕਹਿੰਦੇ ਹੈ ਵੱਢ ਕੇ ਛੱਡਣੀ ਓਏ ਸਮੇਂ ਦੀਆਂ ਸਰਕਾਰਾਂ ਦੀ। ਤੱਤੀ ਤਵੀ ਤੇ ਸੋਨਾ ਗਿੱਜੇ, ਚਾਦਰ ਲੈਣ ਤਲਵਾਰਾਂ ਦੀ। ਉਹ ਚੱਕ ਦਿੱਲੀ ਦਾ ਬਾਰਡਰ ਟੱਪ ਗਈ, ਉਹ ਨੀਲੀਆਂ ਕੁੰਜ ਦਸਤਾਰਾਂ ਦੀ, ਉਹ ਨੀਲੀਆਂ ਕੁੰਜ ਦਸਤਾਰਾਂ ਦੀ। ਵਾਕਈ ਸਲਾਮ ਆ ਤੁਹਾਡੇ ਜਜ਼ਬੇ ਨੂੰ। ਅੱਛਾ, ਜੇ ਕਾਨੂੰਨ ਇਹ ਲਾਗੂ ਕਰਨ ਵਿੱਚ ਕੇਂਦਰ ਸਰਕਾਰ ਸਫਲ ਹੋ ਗਈ, ਫਿਰ ਕੀ ਬਣੂਗਾ? ਕੀ ਲੱਗਦਾ ਤੁਹਾਨੂੰ ਕੀ ਬਣੂਗਾ ਫਿਰ ਪੰਜਾਬ ਦਾ ਜਾਂ ਦੇਸ਼ ਦਾ ਕੀ ਬਣੂਗਾ? ਫਿਰ ਤਾਂ ਦੇਸ਼ ਦਾ ਰੱਬ ਹੀ ਰਾਖਾ। ਪਹਿਲਾਂ 25 ਰੁਪਏ ਦੇ ਵਿੱਚ ਆਟਾ ਮਿਲਦਾ ਸੀ, ਹੁਣ 100 ਰੁਪਏ 'ਚ ਆਟਾ ਮਿਲੂਗਾ। ਗਰੀਬ ਵੀ ਭੁੱਖੇ ਮਰ ਜੂਗੇ ਸੜਕਾਂ 'ਤੇ ਬੈਠੇ। ਫਿਰ ਉਹਨਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਹਲੇ ਵੀ ਇਹ ਸੋਚਦੇ ਆ ਵੀ ਉਹ ਤਾਂ ਕਿਸਾਨਾਂ ਦੀ ਲੜਾਈ ਆ, ਅਸੀਂ ਕੀ ਕਰਨਾ ਜਾ ਕੇ ਘਰਾਂ ਦੇ ਵਿੱਚ ਬੈਠੇ ਆ? ਕੀ ਅਪੀਲ ਕਰਦੇ ਉਹਨਾਂ ਲੋਕਾਂ ਨੂੰ? ਮੈਂ ਜਦ ਰਜ਼ਾਈ 'ਚ ਪੈਣ ਲੱਗੀ, ਸੌਣ ਲੱਗੀ ਹੁੰਦੀ ਆ ਨਾ, ਉਦੋਂ ਮੈਨੂੰ ਨਾ ਉਹ ਵੀਰਿਆਂ ਦੀ ਯਾਦ ਆਉਂਦੀ ਹੁੰਦੀ ਜਿਹੜੇ ਸੜਕਾਂ 'ਤੇ ਸੌਂਦੇ ਆ। ਤੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ? ਲੋਕ ਅੱਜ ਨਾਲ ਨਹੀਂ ਜਾ ਰਹੇ ਕਿਸਾਨਾਂ ਦੇ, ਕਹਿੰਦੇ ਕਿਸਾਨਾਂ ਦੀ ਲੜਾਈ ਆ। ਤੁਸੀਂ ਕਿਹਾ ਵੀ ਜੇ ਕਿਸਾਨ ਮਰ ਗਿਆ ਤਾਂ ਪੂਰਾ ਦੇਸ਼ ਮਰ ਜੂਗਾ ਕਿਉਂਕਿ ਦੇਸ਼ ਦਾ ਅੰਨਦਾਤਾ ਹੈ। ਫਿਰ ਕੀ ਕਹਿਣਾ ਚਾਹੁੰਦੇ ਉਹਨਾਂ ਲੋਕਾਂ ਨੂੰ ਵੀ ਇਹ ਲੜਾਈ 'ਚ ਜਾਣਾ ਚਾਹੀਦਾ? ਹਾਂਜੀ, ਅਸੀਂ ਸਾਰੇ ਇਕੱਠੇ ਹੋ ਕੇ ਸਰਕਾਰ ਦੀ ਲੜਾਈ ਨੂੰ ਖਤਮ ਕਰਾਂਗੇ। ਤੇ ਅੰਤ ਦੇ ਵਿੱਚ ਕੀ ਅਰਦਾਸ ਕਰਨਾ ਚਾਹੁੰਦੇ ਤੁਸੀਂ ਉਹਨਾਂ ਕਿਸਾਨਾਂ ਦੇ ਲਈ, ਉਹਨਾਂ ਲੋਕਾਂ ਦੇ ਲਈ ਜਿਹੜੇ ਕਿਸਾਨਾਂ ਦੇ ਨਾਲ ਖੜੇ ਆ, ਦਿੱਲੀ ਦੇ ਬਾਰਡਰਾਂ 'ਤੇ ਠੰਡ ਦੇ ਵਿੱਚ ਵੀ ਆਪਣੇ ਹੱਕਾਂ ਦੀ ਲੜਾਈ ਵਾਸਤੇ ਲੜ ਰਹੇ ਆ? ਕੀ ਅਰਦਾਸ ਕਰਦੇ ਹੋ ਅੰਤ ਦੇ ਵਿੱਚ? ਕਿਸਾਨ
ਜਿੱਤ ਹੋਣ, ਕਿਸਾਨਾਂ ਦੀਆਂ ਮਨ ਦੀਆਂ ਗੱਲਾਂ ਪੂਰੀਆਂ ਹੋਣ। ਮੈਂ ਇਹੀ ਚਾਹੁੰਦੀ ਹਾਂ ਮੋਦੀ ਦੀ ਮਨ ਦੀ ਗੱਲ ਨਾ ਪੂਰੀ ਹੋਵੇ, ਔਰ ਜਿਸ ਰਸਤੇ 'ਤੇ ਜਾਂਦਾ ਉੱਥੇ ਭਟਕੀ ਜਾਵੇ, ਉਹਨੂੰ ਰਸਤਾ ਨਾ ਮਿਲੇ ਤੇ ਮੋਦੀ ਹਾਰੇ। ਤੇ ਜਿਹੜੇ ਕਿਸਾਨ ਜਾਂਦੇ ਆ ਨਾ ਉਹ ਸਫਲ ਹੋਣ, ਜਾਣ 'ਚ ਸਫਲ ਹੋਣ, ਉਹਨਾਂ ਨੂੰ ਰਸਤਾ ਮਿਲੇ, ਆਪਣੀ ਜਗ੍ਹਾ 'ਤੇ ਜਾਣ ਦਾ ਰਸਤਾ ਮਿਲੇ, ਆਪਣੀ ਮੰਜ਼ਿਲ ਤੇ ਕਦੋਂ ਅਰਦਾਸ ਕਰਦੇ ਹੁੰਦੇ? ਕਿੰਨੇ ਟਾਈਮ ਦਿਨ ਚ ਕਿੰਨੀ ਵਾਰੀ ਅਰਦਾਸ ਕਰਦੇ ਆ ਜਿੱਤ ਵਾਸਤੇ? ਉੱਠਦੇ ਬਹਿੰਦੇ ਸੌਂਦੇ ਉੱਠਦੇ ਸਾਰੇ ਟਾਈਮ ਮੈਂ ਵਾਹਿਗੁਰੂ ਨੂੰ ਯਾਦ ਕਰਦੀ ਹਾਂ ਤੇ ਕਿਸਾਨਾਂ ਨੂੰ ਯਾਦ ਕਰਦੀ ਹਾਂ ਕਿ ਛੇਤੀ ਹੋ ਜਿਵੇਂ ਪੜ੍ਹਾਈ ਵੱਲ ਵੀ ਨਹੀਂ ਜ਼ਿਆਦਾ ਧਿਆਨ ਦਿੰਦੀ ਸੀ। ਸੋ ਸੁਣਿਆ ਤੁਸੀਂ ਇੱਕ ਛੋਟੀ ਬੱਚੀ ਦਾ, ਇਸ ਦਾ ਮਨ ਵੀ ਪੜ੍ਹਾਈ ਦੇ ਵਿੱਚ ਨਹੀਂ ਲੱਗਦਾ, ਉੱਠਦੇ ਬਹਿੰਦੇ ਦਿਨ ਰਾਤ ਕਿਸਾਨਾਂ ਦੀ ਅਰਦਾਸ ਕਰਦੀ ਹੈ ਕਿ ਕਿਸਾਨਾਂ ਦੀ ਜਿੱਤ ਹੋਵੇ। ਕਹਿੰਦੇ ਨੇ ਬੱਚੇ ਮੰਨ ਕੇ ਸੱਚੇ, ਤੇ ਬੱਚਿਆਂ ਦੀ ਗੱਲ ਜਿਹੜੀ ਹੈ ਪਰਮਾਤਮਾ ਵੀ ਸੁਣਦਾ। ਤੇ ਬਿਲਕੁਲ ਜਿਸ ਤਰ੍ਹਾਂ ਬੱਚੀ ਦਿਨ ਰਾਤ ਅਰਦਾਸ ਕਰਦੀ ਆ, ਇਸ ਦੀਆਂ ਅਰਦਾਸਾਂ ਨੂੰ ਜ਼ਰੂਰ ਫਲ ਲੱਗੇਗਾ ਤੇ ਕਿਸਾਨਾਂ ਦੀ ਜਲਦੀ ਜਿੱਤ ਹੋਵੇਗੀ। ਕਿਸਾਨ ਜਿਹੜੇ ਹੈਗੇ ਆ ਖੁਸ਼ੀ ਦੇਸ਼ ਭਰ ਦੇ ਕਿਸਾਨ ਆਪਣੇ ਘਰਾਂ ਨੂੰ ਪਰਤਣਗੇ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ। ਤੇ ਅਸੀਂ ਵੀ ਅਪੀਲ ਕਰਦੇ ਹਾਂ ਕੇਂਦਰ ਸਰਕਾਰ ਨੂੰ, ਬੀਜੇਪੀ ਦੀ ਸਰਕਾਰ ਨੂੰ, ਕਿ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਕੁਰਸੀਆਂ ਦੇ ਉੱਤੇ ਬਿਰਾਜਮਾਨ ਕੀਤਾ, ਤੁਹਾਨੂੰ ਸੱਤਾ ਸੰਭਾਲੀ ਆ, ਉਹਨਾਂ ਲੋਕਾਂ ਦੀ ਆਵਾਜ਼ ਸੁਣੋ, ਉਹਨਾਂ ਲੋਕਾਂ ਦੀ ਗੱਲ ਸੁਣੋ, ਕਿਉਂਕਿ ਅੱਜ ਉਹ ਲੋਕ ਸੜਕਾਂ ਦੇ ਉੱਤੇ ਰੋਲ ਰਹੇ ਨੇ। ਇਸ ਸੰਘਰਸ਼ ਦੇ ਦੌਰਾਨ 20 ਤੋਂ ਵੱਧ ਜਿਹੜੇ ਹੈਗੇ ਆ ਕਿਸਾਨ ਸ਼ਹੀਦ ਹੋ ਚੁੱਕੇ ਨੇ। ਭਾਵੇਂ ਕਾਰਨ ਕੋਈ ਵੀ ਰਹੇ ਹੋਣ, ਪਰ ਸੰਘਰਸ਼ ਦੇ ਦੌਰਾਨ ਅਗਰ ਕੋਈ ਵੀ ਆਪਣੀ ਜਾਨ ਵਾਰਦਾ ਹੈ ਤਾਂ ਉਸਨੂੰ ਸ਼ਹੀਦਾਂ ਦੇ ਵਿੱਚ ਗਿਣਿਆ ਜਾਂਦਾ ਹੈ। ਸੋ ਕੇਂਦਰ ਸਰਕਾਰ ਨੂੰ ਘੱਟੋ ਘੱਟ ਉਹਨਾਂ ਸ਼ਹੀਦਾਂ ਦੀਆਂ ਸ਼ਹੀਦੀਆਂ ਦਾ ਮੁੱਲ ਪਾਉਂਦੇ ਹੋਏ, ਕਿਸਾਨਾਂ ਦੀ ਗੱਲ ਸੁਣਦੇ ਹੋਏ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਦੇਣਾ ਚਾਹੀਦਾ ਹੈ, ਤਾਂ ਕਿ ਹੋਰ ਅੱਗੇ ਜਿਹੜੇ ਹੈਗੇ ਆ ਕਿਸਾਨ ਇਸ ਤਰ੍ਹਾਂ ਆਪਣੀਆਂ ਜ਼ਿੰਦਗੀਆਂ ਉੱਥੇ ਜਿਹੜੀ ਹੈਗੀਆਂ ਨਾ ਵਾਰਨ। ਕਿਉਂਕਿ ਹਰ ਇੱਕ ਦੇ ਘਰ ਦੇ ਵਿੱਚ ਉਡੀਕ ਆ ਆਪਣਿਆਂ ਦੀ, ਤੇ ਹਰ ਇੱਕ ਕੋਈ ਉਡੀਕ ਰਿਹਾ ਕਿ ਜਲਦੀ ਜਿਹੜੇ ਹੈਗੇ ਆ ਸਾਡੇ ਆਪਣੇ ਜਿੱਤ ਕੇ ਆਉਣ। ਸੋ ਕੇਂਦਰ ਸਰਕਾਰ ਨੂੰ ਜ਼ਰੂਰ ਇਸ ਵੱਲ ਧਿਆਨ ਦੇਣਾ ਚਾਹੀਦਾ। ਅਸੀਂ ਵੀ ਅਰਦਾਸ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਨੂੰ ਪਰਮਾਤਮਾ ਸਮੱਤ ਬਖਸ਼ੇ ਤੇ ਉਹ ਲੋਕਾਂ ਦੀ ਆਵਾਜ਼ ਸੁਣ ਕੇ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰੇ। ਰੂਪਨਗਰ ਤੋਂ ਸੱਜਣ ਸਿੰਘ ਸੈਣੀ।